ਸਰੀ BC ਤੋਂ ਮੇਰੇ ਨਾਲ ਜੁੜ ਗਏ ਆ ਡਾਕਟਰ ਮਧੂ ਜਵੰਦਾ। ਇਹ ਆਪ ਵੀ ਫੈਮਿਲੀ ਪ੍ਰੈਕਟੀਸ਼ਨਰ ਨੇ ਔਰ ਜਿਹੜੀ ਸਾਊਥ ਏਸ਼ੀਅਨ COVID-19 ਟਾਸਕ ਫੋਰਸ ਬਣੀ ਹੈ ਔਰ ਸਾਨੂੰ ਖੁਸ਼ੀ ਹੈ ਜੀ ਕਿ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਬੜੇ ਮੰਨੇ ਪ੍ਰਮੰਨੇ ਡਾਕਟਰ ਸਾਰੇ ਇਹਦੇ 'ਚ ਮੈਂਬਰ ਨੇ ਔਰ ਇਸ ਵੇਲੇ COVID-19 ਦੇ ਇਸ ਮੁਸ਼ਕਿਲ ਸਮੇਂ ਦੇ ਵਿੱਚ ਜੋ ਬਹੁਤ ਹੀ ਵਾਈਟਲ, ਬਹੁਤ ਹੀ ਕੀਮਤੀ ਇਨਫੋਰਮੇਸ਼ਨ, ਇੰਪੋਰਟੈਂਟ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਹੇ ਨੇ। ਵੋਲੰਟੀਅਰਲੀ ਇਹ ਸਾਰੇ ਲੋਕ ਕੰਮ ਕਰ ਰਹੇ ਨੇ। तो आओ डॉक्टर मधु जवंदा नाल तुहाडी गलबात कराइए। डॉक्टर जवंदा स्वागत करते हैं तुहाडा प्रोग्राम। सत श्री अकाल। सत श्री अकाल जी, थैंक यू सो मच। और डॉक्टर राज गरेवाल, डॉक्टर बाजवा, सो मैनी अदर डॉक्टर्स, अमन, डॉक्टर अमन ने, दे ऑल आर कमिंग ऑन आवर शो रेगुलर बेसिस। पर तुहाडे नाल असीं फर्स्ट एवर टाइम गल कर रहे हैं और मैनूं उन्होंने सारे ने तुहाडी बड़ी तारीफ की है और दस्सिया है कि तुसीं वैक्सीनेशन बारे बहुत अहम जानकारी रखते हो। तो बड़े भरम भुलेखे ने लोगों के मनां विच, डर भी ने इस वेले और सोशल मीडिया तो असीं देख रहे हैं बड़ियां वीडियोज़ आ रही हैं जी कि किसी औरत ने वैक्सीनेशन लगाया, 15 मिनटां 'च मौत हो गई, किसी नूं कोई होर अटैक आ गया, किसी नूं र्यूमर्स बहुत सारियां इहदे बारे च। तो मैं चाहांगा कि सब तो पहला तो तुसीं आप जो दसना चाहते हो पहला तो दसो, फिर तुहानूं सवाल पुछदे हैं जी। ठीक है, ये वैक्सीन बिल्कुल सेफ है। मैं वैक्सीनेशन क्लिनिक 2 चलाइया हुई ने जिथे मैं लोगों को आप वैक्सीन दित्तियां हुई ने। मैं आप वैक्सीन लवाई हुई है January 2 नूं ते ये बिल्कुल सेफ हैगी। एक लेडी साडे कोल आई सी, उन्होंने पहला एनाफिलैक्टिक रिएक्शन होया सी कोई दवाई दे नाल, पर मैं फिर भी ओहदा टीका लाया सी। मैं 15-30 मिनट ओनू ऑब्जर्व किया, बिल्कुल ठीक सी, ओनू कोई प्रॉब्लम नहीं हुई। ते जदों मैं भी लवाया सी मेरी माड़ी जी खब्बी बांह दुखी सी जिथे टीका लग गया सी, ਉਹ ਵੀ ਜੇ ਮੈਂ ਦਬਦੀ ਸੀ ਜਾਂ ਕਿਤੇ ਵੱਜੀ ਸੀ ਬਾਂਹ, ਬਟ ਮੈਨੂੰ ਕੁਛ ਨਹੀਂ ਹੋਇਆ। ਜਿਹੜੇ ਇਹਦੇ ਆਮ ਸਾਈਡ ਇਫੈਕਟ ਹੈਗੇ ਉਹ ਹੈਗੇ ਵੀ ਥਕਾਵਟ ਹੋ ਸਕਦੀ ਆ, ਹੱਡ ਪੈਰ ਟੁੱਟ ਸਕਦਾ, ਮਾੜਾ ਜਿਹਾ ਬੁਖਾਰ ਚੜ ਸਕਦਾ, ਉਹਦੇ ਲਈ ਆਪਾਂ ਟਾਇਲੈਨੋਲ ਐਡਵਿਲ ਲਾ ਸਕਦੇ ਆ ਤੇ ਆਪਾਂ ਬਿਲਕੁਲ ਠੀਕ ਹੁੰਨੇ ਆ ਜੀ। ਅੱਛਾ, ਜਿਹੜਾ ਵੈਕਸੀਨੇਸ਼ਨ ਤਿਆਰ ਹੋਇਆ ਹੈ, ਮੋਡਰਨਾ ਨੇ ਆਪਣਾ ਬਣਾਇਆ, ਫਾਈਜ਼ਰ ਨੇ ਆਪਣਾ ਬਣਾਇਆ, ਐਸਟਰਾਜ਼ੈਨੇਕਾ ਨੇ ਆਪਣਾ ਬਣਾਇਆ, ਕਿਸ ਤਰ੍ਹਾਂ ਬਣਿਆ ਹੈ ਇਹ? ਕਈ ਲੋਕਾਂ ਨੂੰ ਇਹਦੇ ਬਾਰੇ ਵੀ ਭੁਲੇਖਾ ਹੈ ਕਿ ਵੈਕਸੀਨੇਸ਼ਨ ਤਿਆਰ ਕਿਸ ਤਰ੍ਹਾਂ ਹੁੰਦਾ। ਜਿਹੜੀ ਵੈਕਸੀਨੇਸ਼ਨ ਹੈਗੀ ਉਹ ਇਹ ਨਹੀਂ ਹੈ ਵੀ ਇੱਕਦਮ ਤਿਆਰ ਹੋ ਗਈ। ਹੁਣ ਜਿਹੜੀ ਐਸਟਰਾਜ਼ੈਨੇਕਾ ਦਾ ਟੈਕਨੋਲੋਜੀ ਹੈ ਉਹ ਥੋੜਾ ਜਿਹਾ ਪੁਰਾਣਾ ਹੈਗਾ। ਜਿਹੜਾ ਮੋਡਰਨਾ ਤੇ ਫਾਈਜ਼ਰ ਦਾ ਹੈਗਾ ਉਹ ਲੋਕ ਸੋਚਦੇ ਨੇ ਵੀ ਨਵਾਂ ਹੈਗਾ, ਛੇਤੀ 'ਚ ਬਣਿਆ ਹੋਇਆ, ਬਟ ਇਹ ਟੈਕਨੋਲੋਜੀ ਅੱਜ ਹੈਗੀ mRNA ਵੈਕਸੀਨ ਤੇ ਇਹ ਟੈਕਨੋਲੋਜੀ 10 ਸਾਲ ਤਕਰੀਬਨ ਪੁਰਾਣੀ ਆ। ਇਹ ਅਸੀਂ ਜੀਨ ਥੈਰੇਪੀ, ਕੈਂਸਰ ਟ੍ਰੀਟਮੈਂਟ ਦੇ ਵਿੱਚ ਯੂਜ਼ ਕੀਤੀ ਹੋਈ ਆ, ਸੋ ਚੰਗੀ ਤਰ੍ਹਾਂ ਸਟੱਡੀ ਹੋਈ ਆ। ਜਿਹੜਾ ਭੁਲੇਖਾ ਹੈਗਾ ਵੀ ਇਹ ਤਾਂ ਬੜੀ ਛੇਤੀ 'ਚ ਹੋਇਆ, ਸਾਰੀ ਦੁਨੀਆ ਅੜੀ ਤੰਗੀ ਹੋਈ ਪਈ ਆ, ਸਾਰੀ ਦੁਨੀਆ ਖੜੀ ਹੋਈ ਪਈ ਆ ਇਹ ਕੋਵਿਡ ਵਾਇਰਸ ਕਰਕੇ, ਤੇ ਤਾਂ ਹੀ ਸਾਰੀ ਜਿਹੜੀ ਰਿਸਰਚ, ਸਾਇੰਸ, ਪੈਸਾ ਸਾਰਾ ਇਸ ਵਾਇਰਸ ਦੇ ਉੱਤੇ ਲੱਗਿਆ ਹੋਇਆ, ਤਾਂ ਹੀ mRNA ਵੈਕਸੀਨ ਇੰਨੀ ਈਜ਼ੀਲੀ ਬਣ ਸਕੀ ਸੀ ਕਿ ਸਾਰੀ ਫੋਕਸ ਉਹਦੇ ਤੇ ਗਈ ਹੋਈ ਸੀ। ਬਟ ਇਹ ਹੈਗੀ ਸੇਫ ਤੇ ਇਹ ਯੂਜ਼ ਹੋਈ ਪਈ ਹੈ। ਦੇ ਟਰਾਇਲ ਸ਼ੁਰੂ ਹੋਏ ਨੇ ਫਰਵਰੀ ਮਾਰਚ ਤੋਂ ਪਿਛਲੇ ਸਾਲ 2020 ਦੇ। ਸੋ ਇਹ ਚੰਗੀ ਤਰ੍ਹਾਂ ਸਟੱਡੀ ਹੋਈ ਪਈ ਹੈ ਤੇ ਬਹੁਤ ਹੰਡਰਡਸ ਆਫ ਥਾਊਜ਼ੈਂਡਸ ਆਫ ਲੋਕਾਂ ਨੇ ਹੁਣ ਲਵਾਈ ਹੋਈ ਆ ਜੀ। ਅੱਛਾ, ਕਿਹੜੇ ਲੋਕਾਂ ਨੂੰ ਲਗਾਇਆ ਜਾ ਸਕਦਾ ਵੈਕਸੀਨ? ਇਹ ਤਕਰੀਬਨ ਸਾਰੇ ਲੋਕਾਂ ਨੂੰ। ਅਸੀਂ ਨਈ ਸਟੱਡੀ ਕੀਤੀ ਹੋਈ ਜਿਹੜੇ ਬੱਚੇ 16 ਸਾਲਾਂ ਦੇ ਥੱਲੇ, 18 ਸਾਲਾਂ ਦੇ ਥੱਲੇ ਨੇ ਮੋਡਰਨਾ ਤੇ ਫਾਈਜ਼ਰ ਦੇ ਵਿੱਚ, ਉਹ ਨਈ ਸਟੱਡੀ ਹੋਏ। ਦੂਜੀ ਗੱਲ ਹੈ ਪ੍ਰੋਪਰਲੀ ਨਈ ਸਟੱਡੀ ਹੋਈ, ਜਿਵੇਂ ਆਪਾਂ ਫਿਕਰ ਹੁੰਦਾ ਪ੍ਰੈਗਨੈਂਸੀ ਜਾਂ ਬ੍ਰੈਸਟ ਫੀਡਿੰਗ ਵੂਮਨ ਦੇ ਵਿੱਚ, ਲੇਕਿਨ ਬ੍ਰੈਸਟ ਫੀਡਿੰਗ ਜਾਂ ਪ੍ਰੈਗਨੈਂਟ ਵੂਮਨ ਲਵਾ ਸਕਦੇ ਨੇ। ਉਹਨਾਂ ਨੂੰ ਆਪਣੇ ਡਾਕਟਰ ਨਾਲ ਗੱਲ ਕਰਨੀ ਪੈਣੀ ਹੈ, ਬਿਕਾਜ਼ ਕਈ ਔਰਤਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਜਿਹੜਾ ਕੋਵਿਡ ਜ਼ਿਆਦਾ ਅਟੈਕ ਕਰ ਸਕਦਾ। ਸੋ ਇਹ ਜਿਹੜੀ ਵੈਕਸੀਨ ਹੈਗੀ ਇਹ ਪ੍ਰੈਗਨੈਂਸੀ ਦੇ ਵਿੱਚ ਵੀ ਸੇਫ ਹੈਗੀ, ਤੇ ਜੇ ਖੁਦਾ ਨਾ ਖਾਸਤਾ ਬੰਦੇ ਨੇ ਵੈਕਸੀਨ ਲਵਾਈ ਹੈ ਤੇ ਪ੍ਰੈਗਨੈਂਟ ਹੋ ਗਏ ਉਹ ਵੀ ਠੀਕ ਹੈ। ਕਾਫੀ ਲੋਕ ਜਦੋਂ ਇਹ ਸਟੱਡੀਜ਼ ਹੋਈਆਂ ਸੀ, ਪ੍ਰੈਗਨੈਂਟ ਅਚਾਨਕ ਹੋ ਗਏ ਸੀ ਟਰਾਇਲ ਦੇ ਵਿੱਚ, ਤੇ ਉਹ ਪ੍ਰੈਗਨੈਂਸੀਜ਼ ਤੇ ਉਹ ਜਿਹੜੇ ਬੱਚੇ ਪੈਦਾ ਹੋਏ ਨੇ ਉਦੋਂ ਤੱਕ ਬਿਲਕੁਲ ਠੀਕ ਨੇ, ਕੋਈ ਉਹਦੇ ਐਡਵਰਸ ਇਫੈਕਟ ਨਹੀਂ ਹੋਏ ਜੀ। ਅੱਛਾ, ਕਈ ਇਹ ਵੀ ਸੋਚ ਰਹੇ ਆ ਕਿ ਔਰਤਾਂ ਦੇ ਵਿੱਚ ਬਾਂਝਪਨ ਆ ਸਕਦਾ ਹੈ, ਮਰਦਾਂ ਦੇ ਵਿੱਚ ਇੰਪੋਟੈਂਸੀ ਆ ਸਕਦੀ ਹੈ ਇਹਦੇ ਨਾਲ। ਨਹੀਂ, ਬਿਲਕੁਲ ਨਹੀਂ। ਸੋ ਸਾਰੇ ਸਟੱਡੀਜ਼ ਜਿਹੜੇ ਅਸੀਂ ਦੇਖੇ ਨੇ ਸੋ ਫਾਰ, ਇਹਦੇ ਵਿੱਚ ਕੋਈ ਇਨਫਰਟੀਲਿਟੀ ਨਹੀਂ ਜਾਂ ਮਰਦਾਂ ਨੂੰ ਕੋਈ ਇੰਪੋਟੈਂਸੀ ਨਹੀਂ, ਕੁਛ ਨਹੀਂ, ਬਿਲਕੁਲ ਸੇਫ ਹੈਗੀ। ਇਨਫੈਕਟ ਜੇ ਮਰਦਾਂ ਨੂੰ ਕੋਵਿਡ ਹੋਵੇ, ਕਈ ਮਰਦਾਂ ਨੂੰ ਉਹਦੇ ਤੋਂ ਇੰਪੋਟੈਂਸੀ ਹੋ ਸਕਦੀ ਹੈ, ਬਟ ਕੋਵਿਡ ਵੈਕਸੀਨ ਤੋਂ ਬਿਲਕੁਲ ਨਹੀਂ ਹੁੰਦੀ ਜੀ। ਅੱਛਾ, ਇਹਦੇ ਨਾਲ ਅਗਲਾ ਸਵਾਲ ਹੈ ਡਾਕਟਰ ਸਾਹਿਬ ਕਿ ਕਦੋਂ ਤੱਕ ਇਹ ਇਫੈਕਟਿਵ ਰਹੇਗਾ? ਜੇ ਅੱਜ ਕਿਸੇ ਨੇ ਲਗਵਾਇਆ ਹੈ, ਹਾਊ ਲੌਂਗ ਇਟ ਵਿਲ ਬੀ ਇਫੈਕਟਿਵ?
ਹਾਂਜੀ ਐਕਸਲੈਂਟ ਕੁਐਸਚਨ ਸੈਣੀ ਸਾਹਿਬ ਇਹ ਹੈਗਾ ਵੀ ਜਦੋਂ ਅਸੀਂ ਪਹਿਲਾਂ ਡੋਜ਼ ਲਾਉਂਦੇ ਹੁੰਦੇ ਆ ਉਹ ਤੁਹਾਡੀ ਇਮਿਊਨ ਸਿਸਟਮ ਨੂੰ ਤਿਆਰ ਕਰਦਾ ਫਿਰ ਜ਼ਰੂਰੀ ਹੈ ਵੀ ਆਪਾਂ ਦੂਜੀ ਡੋਜ਼ ਲਾਈਏ ਫਿਰ ਉਹ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਜਿਹੜੀ ਉਹ ਦੂਜੀ ਡੋਜ਼ ਤੋਂ ਬਾਅਦ 2 ਹਫ਼ਤਿਆਂ ਬਾਅਦ ਤੁਹਾਡੀ ਪ੍ਰੋਟੈਕਸ਼ਨ ਹੁੰਦੀ ਹੈ 95% ਤੇ ਉਹ ਪ੍ਰੋਟੈਕਸ਼ਨ ਸਾਨੂੰ ਜਿਹੜੇ ਸਟੱਡੀਜ਼ ਹੁਣ ਦੇਖ ਰਹੇ ਨੇ ਐਟ ਲੀਸਟ 1 ਸਾਲ ਰਹੇਗੀ ਸ਼ਾਇਦ ਜ਼ਿਆਦਾ ਰਹੂਗੀ ਪਰ 1 ਸਾਲ ਤਾਂ ਪੱਕਾ ਜੀ ਅੱਛਾ ਇਹਦੇ ਨਾਲ ਜਿਹੜੀ ਸੈਕੰਡ ਡੋਜ਼ ਤੁਸੀਂ ਗੱਲ ਕਰ ਰਹੇ ਹੋ 21 ਤੋਂ 28 ਦਿਨ ਮੇਰੇ ਖਿਆਲ ਦੇ ਵਿੱਚ ਲੱਗਣਾ ਚਾਹੀਦਾ ਡਿਲੇ ਨਹੀਂ ਕਰਨਾ ਚਾਹੀਦਾ ਜਾਂ ਕੈਨ ਸਮਬਡੀ ਡਿਲੇ ਦੈਟ ਹੁਣ ਜਿਹੜੀ ਆਪਣੀ ਵੈਕਸੀਨ ਦੀ ਸਿਚੁਏਸ਼ਨ ਹੈ ਕੈਨੇਡਾ ਦੇ ਵਿੱਚ ਤੇ ਮੈਂ BC ਦੀ ਗੱਲ ਕਰਦੀ ਬਟ ਇਟਸ ਟਰੂ ਸਾਰੇ ਪ੍ਰੋਵਿੰਸਸ ਵਾਸਤੇ ਹੁਣ ਫਾਈਜ਼ਰ ਨੇ ਆਪਣੀ ਪ੍ਰੋਡਕਸ਼ਨ ਸਲੋ ਡਾਊਨ ਕੀਤੀ ਹੋਈ ਹੈ ਆਪਣੇ ਪਲਾਂਟ ਨੂੰ ਇੰਪਰੂਵ ਕਰਨ ਵਾਸਤੇ ਉਹਦੇ ਕਰਕੇ ਜਿਹੜੀ ਹੁਣ ਵੈਕਸੀਨ ਡੋਸਸ ਹੈਗੀਆਂ ਉਹ ਕਹਿ ਰਹੇ ਨੇ ਵੀ 35 ਦਿਨਾਂ ਬਾਅਦ ਵੀ ਠੀਕ ਹੈ ਸੋ 35 ਦਿਨ ਤੱਕ ਲਾ ਰਹੇ ਨੇ ਜੀ ਸੋ ਇਹਦਾ ਮਤਲਬ ਹੈ ਜੇ ਕਿਸੇ ਬੰਦੇ ਨੇ ਹੁਣ ਲਗਵਾਇਆ ਫਸਟ ਟੀਕਾ ਉਹਨੂੰ ਵਿਦਨ 30 ਡੇਜ਼ ਤੱਕ ਉਹਨੂੰ ਸੋਚ ਕੇ ਚੱਲਣਾ ਚਾਹੀਦਾ ਕਿ ਉਹਨੂੰ ਵੈਕਸੀਨ ਲੱਗ ਜਾਣਾ ਚਾਹੀਦਾ ਦੂਸਰਾ ਜ਼ਿਆਦਾ ਡਿਲੇ ਵੀ ਨਹੀਂ ਕਰਨਾ ਚਾਹੀਦਾ ਜੀ 35 ਦਿਨ ਦੇ ਅੰਦਰ 35 ਦਿਨ ਦੇ ਤੁਸੀਂ ਦੱਸ ਰਹੇ ਹੋ ਔਰ ਲਾਸਟ ਤੁਸੀਂ ਕੋਈ ਹੋਰ ਇਹਦੇ ਬਾਰੇ ਜਾਣਕਾਰੀ ਦੇਣਾ ਚਾਹੋ ਕਿਉਂਕਿ ਪਹਿਲਾਂ ਤਾਂ ਹਜੇ ਹੈਲਥ ਕੇਅਰ ਵਰਕਰ ਨੂੰ ਲਗਾਏ ਜਾ ਰਹੇ ਆ ਪਹਿਲਾਂ ਫਰੰਟ ਲਾਈਨ ਵਰਕਰ ਨੂੰ ਫਿਰ ਲਗਾਏ ਜਾਣਗੇ ਹੌਲੀ ਹੌਲੀ ਦੂਸਰੇ ਲੋਕਾਂ ਨੂੰ ਲਗਾਏ ਜਾਣਗੇ ਤੋਂ ਜਿਹੜੇ ਸਾਡੇ ਬਹੁਤ ਓਲਡ ਏਜ ਸਿਟੀਜ਼ਨਸ ਨੇ ਉਹਨਾਂ ਨੂੰ ਵੀ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਇੱਥੇ ਲਗਾਏ ਜਾ ਰਹੇ ਨੇ ਲੇਕਿਨ ਇਹਨਾਂ ਇੱਕ ਪ੍ਰਾਇਓਰਟੀ ਲਿਸਟ ਬਣਾਈ ਹੋਈ ਹੈ ਤੁਸੀਂ ਉਹਦੇ ਬਾਰੇ ਕੋਈ ਜਾਣਕਾਰੀ ਦੇਣਾ ਚਾਹੋ ਜਿਹੜੀ ਪ੍ਰਾਇਓਰਟੀ ਲਿਸਟ ਹੈਗੀ ਉਹ ਹੈਗੀ ਵੀ ਜਿੰਨੀਆਂ ਜ਼ਿਆਦੀਆਂ ਮੌਤਾਂ ਹੋਈਆਂ ਨੇ ਉਹ ਲੌਂਗ ਟਰਮ ਕੇਅਰ ਹੋਮ 'ਚ ਹੋਈਆਂ ਨੇ ਸੋ ਪ੍ਰਾਇਓਰਟੀ ਹੈਗੀ ਲੌਂਗ ਟਰਮ ਕੇਅਰ ਹੋਮਾਂ ਦੇ ਵਿੱਚ ਤੇ ਜਿਹੜੇ ਆਪਣੇ ਉੱਥੇ ਕੰਮ ਕਰਨ ਵਾਲੇ ਹੈਗੇ ਲੌਂਗ ਟਰਮ ਕੇਅਰ ਵਰਕਰਸ ਜਿਹੜੇ ICU ਦੇ ਵਿੱਚ ਕੋਵਿਡ ਵਾਰਡਸ ਦੇ ਵਿੱਚ ਐਮਰਜੈਂਸੀ ਡਾਕਟਰਸ ਉਹ ਸਾਰੇ ਬਿਲਕੁਲ ਫਰੰਟ ਲਾਈਨ ਤੇ ਆਉਂਦੇ ਨੇ ਉਸ ਤੋਂ ਬਾਅਦ ਆਉਂਦੇ ਨੇ ਸਾਰੇ ਦੂਜੇ ਡਾਕਟਰ ਜਾਂ ਐਸੈਂਸ਼ੀਅਲ ਵਰਕਰਸ ਜੋ ਵੀ ਤੇ ਜਿਹੜੇ ਆਪਣੇ ਸਿਆਣੇ ਹੈਗੇ ਬਜ਼ੁਰਗ ਹੈਗੇ ਵੀ 80 ਸਾਲਾਂ ਤੋਂ ਸ਼ੁਰੂ ਕਰਨਗੇ ਫਿਰ 5 ਸਾਲਾਂ ਦੇ ਇਨਕਰੀਮੈਂਟਸ ਤੇ ਥੱਲੇ ਜਾਣਗੇ ਤੇ ਹੌਲੀ ਹੌਲੀ ਲੱਗਣਗੇ ਸਰਕਾਰ ਦੀ ਉਮੀਦ ਹੈਗੀ ਵੀ ਸਾਰੇ ਕੈਨੇਡੀਅਨਸ ਜਿਹੜੇ ਚਾਹੁੰਦੇ ਨੇ ਸਪਟੈਂਬਰ ਤੱਕ ਡੋਸਸ ਜਾਂ अर्ਲੀ ਅਗਸਤ ਤੱਕ ਡੋਸਸ ਲੱਗ ਜਾਣਗੀਆਂ ਜੀ ਅੱਛਾ ਜਿਹੜਾ ਟੈਸਟ ਤੁਸੀਂ ਦੱਸ ਰਹੇ ਹੋ ਟ੍ਰਾਇਲਸ ਹੋਇਆ ਵਰਲਡ ਓਵਰ ਆਈ ਡੋਂਟ ਨੋ ਉਹਦੇ ਵਿੱਚ ਆਪਣੇ ਇੰਡੀਅਨ ਲੋਕ ਜਾਂ ਸਾਊਥ ਏਸ਼ੀਅਨ ਲੋਕ ਜਿਹੜੇ ਕਿੰਨੇ ਕੁ ਸ਼ਾਮਿਲ ਸੀ ਉਹਨਾਂ ਟ੍ਰਾਇਲ ਦੇ ਵਿੱਚ ਜੇ ਕਿਸੇ ਨੂੰ ਇਹ ਖਦਸ਼ਾ ਹੋਵੇ ਕਿ ਸਾਡਾ ਕੋਈ DNA ਦੇ ਲੈਵਲ ਤੇ ਕੋਈ ਇਫੈਕਟ ਨਾ ਪਵੇ ਇਸ ਚੀਜ਼ ਦਾ ਕੈਨ ਯੂ ਆਨਸਰ ਦੈਟ ਹਾਂਜੀ ਬਿਲਕੁਲ ਸੋ ਜਿਹੜਾ ਤੁਹਾਡਾ ਪਹਿਲਾ ਸਵਾਲ ਕਿੰਨੇ ਸਾਊਥ ਏਸ਼ੀਅਨਸ ਇਨਵੋਲਵ ਸੀਗੇ ਬਟ ਨੰਬਰ ਮੈਨੂੰ ਨਹੀਂ ਪਤਾ ਜਿਹੜੇ ਤੁਸੀਂ ਕਹਿੰਦੇ ਹੋ ਤੁਹਾਡੇ DNA ਨੂੰ ਇਫੈਕਟ ਕਰ ਸਕਦੇ ਨਹੀਂ ਬਿਕਾਜ਼ ਇਹ ਹੈਗੀ RNA ਵੈਕਸੀਨ ਇਹ RNA ਨੂੰ ਵੀ ਨਹੀਂ ਇਫੈਕਟ ਕਰਦੀ ਇਹ ਹੈਗੀ ਤੁਹਾਡੇ ਸਿਸਟਮ ਦੇ ਵਿੱਚ ਜਾ ਕੇ ਜਿਹੜੀ ਸਪਾਈਕ ਪ੍ਰੋਟੀਨ ਹੈ ਕੋਵਿਡ ਵਾਇਰਸ ਦਾ ਜਿਹਦੇ ਨਾਲ ਆਪਾਂ ਬਿਮਾਰ ਹੁੰਦੇ ਆ ਉਹ mRNA ਵੈਕਸੀਨ ਬੋਡੀ ਨੂੰ ਕਹਿੰਦੀ ਹੈ ਵੀ ਲੋ ਇਹ ਹੈਗੀ ਸਪਾਈਕ ਪ੍ਰੋਟੀਨ ਬੋਡੀ ਕਹਿੰਦੀ ਆ ਇਹ ਤਾਂ ਅਸੀਂ ਕਦੇ ਦੇਖੀ ਨਹੀਂ ਅਸੀਂ ਇਹਦੀ ਐਂਟੀਬੋਡੀ ਬਣਾਉਂਦੇ ਆ ਉਹਦੇ ਕਰਕੇ ਅਸੀਂ ਪ੍ਰੋਟੈਕਟ ਹੁੰਦੇ ਆ ਸੋ ਜਦੋਂ ਇਹ ਵੈਕਸੀਨ ਤੁਹਾਡੇ ਵਿੱਚ ਜਾਂਦੀ ਹੈ ਤੇ ਐਂਟੀਬੋਡੀ ਬਣਦੀ ਹੈ ਜਿਹੜੀ ਉਹ mRNA ਉਹ ਤਾਂ ਘੰਟਿਆਂ ਦੇ ਵਿੱਚ ਡਿਸਇੰਟੀਗ੍ਰੇਟ ਹੋ ਜਾਂਦੀ ਹੈ DNA ਤੱਕ ਤਾਂ ਕੰਮ ਪਹੁੰਚਦਾ ਹੀ ਨਹੀਂ ਉਹਦੇ ਨਾਲ ਕੋਈ ਤਲਕ ਹੀ ਨਹੀਂ ਹੈਗਾ ਜੀ ਇੱਕ ਲਾਸਟ ਕੁਐਸਚਨ ਜਾਣ ਤੋਂ ਪਹਿਲਾਂ ਜਿਹਨਾਂ ਲੋਕਾਂ ਨੂੰ ਦੋਨੋਂ ਡੋਜ਼ਸ ਲੱਗ ਜਾਣਗੀਆਂ ਨੈਚੁਰਲੀ ਉਹ ਕਾਫੀ ਹੱਦ ਤੱਕ ਹੁਣ COVID-19 ਤੋਂ ਬਚ ਸਕਣਗੇ ਪਰ ਯੂਰਪ ਦੇ ਵਿੱਚ ਇੱਕ ਜਿਹੜਾ ਡਾਕੂਮੈਂਟ ਦਿੱਤਾ ਜਾਂਦਾ ਕਿ ਇਹ ਬੰਦਿਆਂ ਨੂੰ ਜਿਹੜਾ ਹੁਣ ਵੈਕਸੀਨ ਦੋਨੋਂ ਲੱਗ ਗਏ ਹੈ ਇਹਨਾਂ ਨੇ ਕੋਰਸ ਪੂਰਾ ਕਰ ਲਿਆ ਇਹਨਾਂ ਨੂੰ ਕਿਸੇ ਤੋਂ ਖਤਰਾ ਨਹੀਂ ਹੈ ਪਰ ਇੱਥੇ ਆਪਣੇ ਹਜੇ ਇੱਕ ਥੋੜਾ ਜਿਹਾ ਕਨਫਿਊਜ਼ਨ ਚੱਲ ਰਿਹਾ ਹੈ ਔਰ ਪ੍ਰਾਈਮ ਮਿਨਿਸਟਰ ਨੇ ਕਲੀਅਰ ਕੀਤਾ ਸੀ ਮੈਂ ਵੀ ਪ੍ਰੈਸ ਕਾਨਫਰੰਸ ਸ਼ਾਮਿਲ ਸੀ ਉਹਨਾਂ ਨੇ ਕਿਹਾ ਜੀ ਅਸੀਂ ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਇਸ਼ੂ ਕਰਨ ਬਾਰੇ ਵਿਚਾਰ ਨਹੀਂ ਕਰ ਰਹੇ ਤਾਂ ਜਦੋਂ ਕੁਝ ਲੋਕਾਂ ਨੂੰ ਲੱਗ ਗਿਆ ਅੱਧੇ ਲੋਕਾਂ ਨੂੰ ਨਹੀਂ ਲੱਗਾ ਜਾਂ ਉਹਨਾਂ ਲਗਾਇਆ ਨਹੀਂ ਹਜੇ ਹਾਊ ਇਟ ਵਿਲ ਵਰਕ ਉਹ ਕਿਸ ਤਰ੍ਹਾਂ ਡਿਸਟਿੰਗੁਇਸ਼ ਕਰਾਂਗੇ ਕਿ ਇਹ ਉਹ ਲੋਕ ਨੇ ਜਿਹਨਾਂ ਨੂੰ ਲੱਗ ਚੁੱਕਾ ਇਹਨਾਂ ਨੂੰ ਕੋਈ ਹੁਣ ਇਮਿਊਨ ਸਿਸਟਮ ਦਾ ਖਤਰਾ ਨਹੀਂ ਇਹ ਉਹ ਲੋਕ ਨੇ ਜਿਹਨਾਂ ਨੂੰ ਅਜੇ ਲੱਗਣਾ ਹੈ ਹਾਂਜੀ ਐਕਸਲੈਂਟ ਕੁਐਸਚਨ ਸੈਣੀ ਸਾਹਿਬ ਇਹ ਹੈਗਾ ਵੀ ਜਦੋਂ ਸੀ ਜਿਹੜੀ ਕੈਨੇਡਾ ਹੈਗਾ ਆਪਾਂ ਇੰਨਾ ਲੱਖ ਸ਼ੁਕਰ ਕਰਦੇ ਹਾਂ ਆਪਣੀ ਵਧੀਆ ਕੰਟਰੀ 'ਚ ਰਹਿੰਦੇ ਹਾਂ ਅਸੀਂ ਇੱਕ ਦੂਜੇ ਦੀ ਰਾਖੀ ਕਰਦੇ ਹਾਂ ਪ੍ਰੋਟੈਕਟ ਕਰਦੇ ਹਾਂ ਸੋ ਜਦ ਤੱਕ ਹਰਡ ਇਮਿਊਨਿਟੀ ਨਹੀਂ ਹੁੰਦੀ 70% ਲੋਕਾਂ ਨਹੀਂ ਇਮਿਊਨਾਈਜ਼ ਹੁੰਦੇ ਉਦੋਂ ਤੱਕ ਆਪਣੀ ਲਾਈਫ ਬੈਕ ਟੂ ਨੋਰਮਲ ਨਹੀਂ ਹੋ ਸਕਦੀ ਹੁਣ ਜੇ ਆਪਾਂ ਲੋਕਾਂ 'ਚ ਫਰਕ ਪਾਈਏ ਵੀ ਤੁਸੀਂ ਤਾਂ ਵੈਕਸੀਨ ਲਾਇਆ ਨਹੀਂ ਲਾਇਆ ਇਟਸ ਨਾਟ ਗੁੱਡ ਫॉर द ਕਮਿਊਨਿਟੀ ਆਈ ਥਿੰਕ ਸਰਕਾਰ ਦੇ ਰੂਲਸ ਚੇਂਜ ਹੋਣਗੇ ਜਦੋਂ ਇਹ ਵੈਕਸੀਨ ਰੋਲ ਆਊਟ ਚੰਗੀ ਤਰ੍ਹਾਂ ਹੋਊਗੀ ਹਲੇ ਬੜੇ ਆਪਾਂ अर्ਲੀ ਸਟੇਜਸ ਦੇ ਵਿੱਚ ਹੈਗੇ ਤੇ ਜਦ ਤੱਕ 70% ਲੋਕਾਂ ਦੇ ਨਹੀਂ ਵੈਕਸੀਨ ਲੱਗਦੀ ਤੇ ਹਰਡ ਇਮਿਊਨਿਟੀ ਨਹੀਂ ਹੁੰਦੀ ਲੋਕਾਂ ਨੂੰ ਪ੍ਰੋਟੈਕਸ਼ਨ ਐਜ਼ ਅ ਕੈਨੇਡੀਅਨ ਸੋਸਾਇਟੀ ਨਹੀਂ ਮਿਲ ਸਕਦੀ ਸੋ ਆਪਾਂ ਨੂੰ ਜਿਹੜੇ ਆਪਾਂ
ਹੁਣ ਥੱਕ ਗਏ ਸੁਣ ਕੇ ਵੀ ਹੱਥ ਧੋ, ਮਾਸਕ ਪਾਓ, ਸੋਸ਼ਲ ਡਿਸਟੈਂਸ ਰੱਖੋ, ਉਹ ਹਲੇ ਵੀ ਬਹੁਤ ਜ਼ਰੂਰੀ ਕੰਮ ਹੈ ਇਸ ਜੰਗ ਨੂੰ ਲੜਨ ਵਾਸਤੇ। ਠੀਕ ਹੈ ਜੀ। ਔਰ ਜੇ ਗੱਲ ਕਰੀਏ ਓਵਰਆਲ ਕੈਨੇਡਾ ਦੀ, ਤੁਸੀਂ ਕਿਹਾ ਬੜਾ ਅੱਛਾ ਕਿਹਾ ਤੁਸੀਂ ਕਿ ਭਾਗਾਂ ਵਾਲੇ ਹਾਂ ਅਸੀਂ, ਖੁਸ਼ਕਿਸਮਤ ਹਾਂ, ਇੰਨੀ ਅੱਛੇ ਮੁਲਕ 'ਚ, ਇੰਨੀ ਅੱਛੀ ਕੰਟਰੀ 'ਚ ਰਹਿ ਰਹੇ ਹਾਂ। ਸਾਡੀ ਟੋਟਲ ਆਬਾਦੀ ਦੇਖਿਆ ਜਾਵੇ ਤੇ 36 ਮਿਲੀਅਨ ਹੈ, ਪਰ ਅਸੀਂ 84 ਔਰ 86 88 ਮਿਲੀਅਨ ਮੇਰੇ ਖਿਆਲ ਮੈਂ ਫਿਗਰ ਅਗਰ ਦੱਸਾਂ ਤੇ ਇੰਨੇ ਕੁ ਵੈਕਸੀਨ ਆਲਰੇਡੀ ਪ੍ਰਕਿਓਰ ਕਰ ਚੁੱਕੇ ਹਾਂ। ਮਤਲਬ ਹਰ ਇੱਕ ਵਿਅਕਤੀ ਨੂੰ ਅਗਰ ਇੱਕ ਲੱਗ ਵੀ ਜਾਵੇਗਾ, 2 ਡੋਜ਼ ਲੱਗ ਵੀ ਜਾਣਗੀਆਂ, ਫਿਰ ਵੀ ਸਾਡੇ ਕੋਲ ਵੈਕਸੀਨ ਬਚ ਜਾਣਗੇ। ਜਦੋਂ ਅਸੀਂ ਕਹਿ ਹੀ ਰਹੇ ਹਾਂ ਕਿ 16 ਸਾਲ ਤੋਂ ਬੱਚਿਆਂ ਨੂੰ ਵੈਸੇ ਹੀ ਨਹੀਂ ਲੱਗਣਾ, 16 ਸਾਲ ਤੋਂ ਘੱਟ ਬੱਚਿਆਂ ਨੂੰ, ਤੇ ਫਿਰ ਤੇ ਹੋਰ ਵੀ ਡੋਜ਼ਸ ਬਚ ਜਾਣਗੀਆਂ। ਤਾਂ ਕੈਨੇਡਾ ਨੇ ਫੈਸਲਾ ਕੀਤਾ ਹੈ ਕਿ ਜਿਹੜੀਆਂ ਡੋਜ਼ਸ ਬਚ ਜਾਣਗੀਆਂ ਉਹ ਗਰੀਬ ਮੁਲਕਾਂ ਨੂੰ ਡੋਨੇਟ ਕਰ ਦਿੱਤੇ ਜਾਣਗੇ, ਪਰ ਸਭ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਇੱਥੇ ਲਗਾਈਆਂ ਜਾਣਗੀਆਂ। 70% ਲੋਕ ਡਾਕਟਰ ਸਾਹਿਬ ਇਹ ਮੰਨ ਰਹੇ ਆ ਕਿ ਉਹ ਵੈਕਸੀਨ ਲਗਾਉਣ ਨੂੰ ਤਿਆਰ ਹੈ। ਹਜੇ 25-30% ਲੋਕ ਹਜੇ ਵੀ ਐਸੇ ਜਿਹੜੇ ਕਿਸੇ ਡਰ ਕਾਰਨ, ਕਿਸੇ ਕਾਰਨ ਕਰਕੇ ਵੀ ਉਹ ਵੈਕਸੀਨ ਨਹੀਂ ਲਗਾਉਣਾ ਚਾਹੁੰਦੇ। ਲੈਟਸ ਹੋਪ ਕਿ ਉਹਨਾਂ ਨੂੰ ਵੀ ਇਹ ਅਵੇਅਰਨੈਸ ਆਵੇ ਕਿ ਇਹ ਵੈਕਸੀਨ ਕੋਈ ਖਤਰਨਾਕ ਨਹੀਂ ਹੈ, ਬਲਕਿ ਤੁਹਾਨੂੰ ਬਚਾਉਂਦਾ ਹੈ ਕੋਵਿਡ-19 ਤੋਂ, ਕੋਈ ਸਾਈਡ ਇਫੈਕਟ ਨਹੀਂ ਹੈ, ਔਰ ਸਾਰੇ ਮੁਲਕ 'ਚ ਮੈਕਸਿਮਮ ਲੋਕ ਇਸ ਨੂੰ ਲਗਵਾਉਣ। ਹਾਂਜੀ ਬਿਲਕੁਲ। ਤੇ ਇੱਕ ਹੋਰ ਚੀਜ਼ ਮੈਂ ਜ਼ਰੂਰ ਕਹੂੰਗੀ, ਕਈ ਲੋਕਾਂ ਨੂੰ ਹੈਗਾ ਵੀ ਇਹਦੇ 'ਚ ਕੋਈ ਮੀਟ ਪ੍ਰੋਡਕਟਸ ਹੈਗੇ, ਕੋਈ ਬੀਫ ਦੇ ਜਾਂ ਪੋਰਕ ਦੇ। ਇਹ ਮੈਂ ਕਹੂੰਗੀ ਇਹ ਜਿਹੜਾ ਵੈਕਸੀਨ ਹੈਗਾ ਇਹ ਹੈਗਾ ਪਲਾਂਟ ਬੇਸਡ, ਤੇ ਜਿਹੜਾ ਜੂਇਸ਼ ਕਾਉਂਸਲ ਤੇ ਵੀਗਨ ਸੁਸਾਇਟੀ ਤੇ ਯੂਨਾਈਟਿਡ ਅਰਬ ਅਮਿਰਟਸ ਦਾ ਫਤਵਾ ਕਾਉਂਸਲ, ਉਹਨਾਂ ਨੇ ਸਾਰਿਆਂ ਨੇ ਕਿਹਾ, ਪੋਪ ਨੇ ਵੀ ਕਿਹਾ ਹੋਇਆ ਵੀ ਤੁਸੀਂ ਸਾਰੇ ਲਾਓ, ਇਹਦੇ 'ਚ ਇਹ ਜੀ ਕੋਈ ਚੀਜ਼ ਨਹੀਂ ਹੈ ਜਿਹਦੇ ਨਾਲ ਤੁਹਾਡੇ ਰਿਲੀਜਨ ਨੂੰ, ਕੋਈ ਤੁਹਾਡੇ ਸੰਸਕਾਰਾਂ ਨੂੰ ਕੋਈ ਫਰਕ ਪਊਗਾ। ਤੇ ਸੇਫਟੀ ਵਾਸਤੇ ਆਪਾਂ ਸਾਰੇ ਜਾਣੇ ਲਾਈਏ। ਆਪਾਂ ਆਈ ਨੋ ਅਸੀਂ ਸਾਰੇ ਡਰਦੇ ਹਾਂ, ਤੇ ਤਾਂ ਹੀ ਅਸੀਂ ਡਾਕਟਰਾਂ ਨੇ ਆਪਣੇ ਟਾਈਮ ਵਾਲੰਟੀਅਰ ਕੀਤਾ ਵੀ ਅਸੀਂ ਸਾਰਿਆਂ ਨੂੰ ਸਿਖਾਈਏ, ਸਾਰਿਆਂ ਨੂੰ ਕਹੀਏ ਵੀ ਨਹੀਂ ਆਪਾਂ ਡਰੋ ਨਾ। ਐਜੂਕੇਸ਼ਨ ਦੇ ਨਾਲ ਫਿਰ ਸ਼ਕਤੀ ਹੁੰਦੀ ਹੈ, ਤੇ ਡਰ ਆਪਣਾ ਦਬ ਜਾਂਦਾ ਜਦੋਂ ਆਪਾਂ ਨੂੰ ਐਜੂਕੇਸ਼ਨ ਹੋਵੇ, ਉਹ ਬਹੁਤ ਜ਼ਰੂਰੀ ਗੱਲ ਆ। ਸੋ ਮੈਂ ਭਾਈਚਾਰਿਆਂ ਨੂੰ ਕਹੂੰਗੀ ਬਿਲਕੁਲ ਨਹੀਂ ਡਰੋ। ਜੇ ਤੁਹਾਡੇ ਡਾਕਟਰ ਲਵਾ ਰਹੇ ਨੇ, ਤੁਹਾਡੇ ਡਾਕਟਰ ਤੁਹਾਨੂੰ ਕਹਿ ਰਹੇ ਨੇ ਮੈਂ ਆਪ ਨਹੀਂ ਲਾਓ ਜੇ ਮੈਂ ਡਰੂੰਗੀ, ਸੋ ਮੈਂ ਨਹੀਂ ਡਰੀ, ਤੁਸੀਂ ਕਿਉਂ ਡਰੋ। ਬਿਲਕੁਲ ਠੀਕ ਹੈ ਜੀ। ਔਰ ਇੱਥੇ ਅੰਟਾਰੀਓ 'ਚ ਅੱਜ ਸਾਡੇ ਲਈ ਗੁੱਡ ਨਿਊਜ਼ ਹੈ ਜੀ। ਬੜੇ ਦਿਨਾਂ ਤੋਂ ਬਾਅਦ ਸਾਡੇ 2000 ਤੋਂ ਘੱਟ ਨੰਬਰ ਆਏ ਹੈ, ਮੋਸਟਲੀ 3000 4000 ਤੋਂ ਉੱਪਰ ਜਾ ਰਹੇ ਸੀ। ਟੂਡੇ ਇਜ਼ ਦੀ ਫਸਟ ਡੇ ਆਫਟਰ ਲੌਂਗ ਸਪੈਲ ਕਿ ਸਾਡੇ ਅੱਜ 1900 ਕੁਝ ਕੇਸ ਆਏ ਹੈ। BC 'ਚ ਕੀ ਹਾਲ ਹੈ ਜੀ? BC ਐਕਚੁਅਲੀ ਪਹਿਲਾਂ ਤਾਂ ਆਪਣਾ ਜਿਹੜਾ ਫਰੇਜ਼ਰ ਹੈਲਥ ਅਥਾਰਟੀ ਸੀ ਉਹਦੇ 'ਚ ਬਹੁਤ ਕੇਸ ਆਏ ਨੇ, ਬਟ ਫਰੇਜ਼ਰ ਹੈਲਥ ਅਥਾਰਟੀ ਸਾਡੇ ਭਾਈਚਾਰਿਆਂ ਨੇ ਫੱਟੇ ਚੱਕਤੇ ਤੇ ਅਸੀਂ 41% ਥੱਲੇ ਆਏ ਹਾਂ। ਤੇ ਇਨਫੈਕਟ ਸਾਡੇ ਨੰਬਰਸ ਵੀ ਐਕਸਲੈਂਟ ਸੀਗੇ। ਆਈ ਥਿੰਕ ਫਰਾਈਡੇ ਟੂ ਸੰਡੇ 500 ਸੀ, ਤੇ ਸੈਟਰਡੇ ਟੂ ਸੰਡੇ ਸੀਗੇ 400 ਕੁਛ, ਤੇ ਸੰਡੇ ਟੂ ਮੰਡੇ 300 ਦੇ ਵਿੱਚ ਅਸੀਂ ਆ ਗਏ। ਸੋ BC ਇਜ਼ ਡੂਇੰਗ ਐਕਸਲੈਂਟ। ਗ੍ਰੇਟ, ਥੈਂਕ ਯੂ ਸੋ ਮਚ। ਔਰ ਤੁਸੀਂ ਮੇਰੇ ਖਿਆਲ ਕਾਫੀ ਇਨਫੋਰਮੇਸ਼ਨ ਜਿਹੜੀ ਆਪਣੀ ਸਾਊਥ ਏਸ਼ੀਅਨ COVID-19 ਟਾਸਕ ਫੋਰਸ ਦੀ ਵੈਬਸਾਈਟ ਹੈ ਉਹਦੇ ਤੇ ਵੀ ਪਾਈ ਹੋਈ ਹੈ। ਹਾਂਜੀ ਬਿਲਕੁਲ, ਸਾਰੇ ਜਾਣੇ ਪਲੀਜ਼ ਵਿਜ਼ਿਟ ਕਰੋ, ਤੇ ਨਾਲੇ ਸਾਡਾ ਇੰਸਟਾਗ੍ਰਾਮ ਦੇ ਵਿੱਚ ਵੀ ਕਾਫੀ ਸਕਿੱਟਾਂ ਹੈਗੀਆਂ ਤੇ ਇਨਫੋਰਮੇਸ਼ਨ। ਬਿਲਕੁਲ ਜੀ। ਔਰ ਪੰਜਾਬੀ 'ਚ ਵੀ ਇਹ ਜਾਣਕਾਰੀ ਅਵੇਲੇਬਲ ਹੈ, ਜੇ ਕੋਈ ਇੰਗਲਿਸ਼ ਨਹੀਂ ਪੜ੍ਹ ਸਕਦਾ ਤੇ ਤੁਹਾਨੂੰ ਪੰਜਾਬੀ 'ਚ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਵੀ, ਮਾਂ ਬੋਲੀ ਦੇ ਵਿੱਚ ਵੀ ਤੁਹਾਨੂੰ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ। ਡਾਕਟਰ ਜਵੰਦਾ, ਥੈਂਕ ਯੂ ਸੋ ਮਚ। ਇਟ ਵਾਜ਼ ਅ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ, ਔਰ ਆਈ ਹੋਪ ਕਿ ਕਾਫੀ ਸਾਰੇ ਕੁਐਸਚਨ ਸਾਡੇ ਲਿਸਨਰ ਦੇ ਕਲੀਅਰ ਹੋ ਗਏ ਹੋਣਗੇ। ਸਟਿਲ ਅਗਰ ਕਿਸੇ ਦਾ ਕੋਈ ਕੁਐਸਚਨ ਹੋਵੇ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ, WhatsApp ਤੇ ਮੈਸੇਜ ਦੇ ਦਿਓ ਡਾਕਟਰ ਜਵੰਦਾ ਤੋਂ, ਜਾਂ ਇਹਨਾਂ ਦੇ ਹੋਰ ਜਿਹੜੇ ਕੋਲੀਗਸ ਇਹਨਾਂ ਨੂੰ ਪੁੱਛ ਕੇ ਤੁਹਾਨੂੰ ਅਸੀਂ ਉਹ ਵੀ ਜਾਣਕਾਰੀ ਲੈ ਦੇਵਾਂਗੇ। ਤੁਹਾਡਾ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ। ਇਹ ਸਨ ਡਾਕਟਰ ਜਵੰਦਾ। ਸਾਊਥ ਏਸ਼ੀਅਨ ਟਾਸਕ ਫੋਰਸ ਇੱਕ ਵੋਲੰਟੀਅਰ ਆਰਗੇਨਾਈਜੇਸ਼ਨ ਹੈ ਜਿਹਦੇ ਵਿੱਚ ਆਪਣੀ ਕਮਿਊਨਿਟੀ ਦੇ ਸਾਰੇ ਭਾਈਚਾਰਿਆਂ ਦੇ, ਹਿੰਦੂ, ਮੁਸਲਿਮ, ਸਿੱਖ, ਸਾਰੇ ਹੀ ਡਾਕਟਰ ਜਿਹੜੇ ਮਿਲ ਕੇ ਕੰਮ ਕਰਦੇ ਆ, ਔਰ ਬੜਾ ਅੱਛਾ ਕੰਮ ਕਰ ਰਹੇ ਆ। ਤੁਸੀਂ ਇਹਨਾਂ ਦੀ ਵੈਬਸਾਈਟ ਨੂੰ ਵੀ ਵਿਜ਼ਿਟ ਕਰ ਸਕਦੇ ਹੋ।